सुनो सुनावा पाठ पढ़ावा, आओ बच्चों आओ बच्चों, सुनो सुनावा पाठ पढ़ावा। तो सुन के हुंदा पूरा याद साइंस पंजाबी अते हिसाब, ओ लगे अंग्रेजी भी प्यारी, हिंदी समाजिक पढ़ लो सारी, चंगियां गल्लां गीत भी गावा, सुनो सुनावा पाठ पढ़ावा, सुनो सुनावा पाठ पढ़ावा। दुआबा रेडियो। प्यारे बच्चों, सत श्री अकाल। मैं मनदीप कौर प्रीत ਤੁਹਾਨੂੰ ਪੜ੍ਹਾਉਣ ਜਾ ਰਹੀ ਹਾਂ ਤੀਸਰੀ ਜਮਾਤ ਦੇ ਪੰਜਾਬੀ ਵਿਸ਼ੇ ਦੀ ਪਾਠ ਪੁਸਤਕ ਦਾ ਪਾਠ ਨੰਬਰ 2, ਊਠ ਕਿੱਥੇ ਗਿਆ। ਬੜੀ ਹੀ ਮਨੋਰੰਜਕ ਕਹਾਣੀ ਹੈ। ਜੈਸਮੀਨ ਨੂੰ ਆਪਣੇ ਬਾਬਾ ਜੀ ਦੀ ਸੁਣਾਈ ਕਹਾਣੀ ਯਾਦ ਆ ਗਈ। ਉਹ ਖੁੱਲ੍ਹ ਕੇ ਹੱਸੀ। ਕਹਾਣੀ ਹੱਸਣ ਵਾਲੀ ਹੀ ਸੀ। ਕਹਾਣੀ ਇਸ ਤਰ੍ਹਾਂ ਸੀ, ਕਰੀਮੂ ਕੋਲ 10 ਊਠ ਸਨ। ਉਸ ਦੇ ਪਿੰਡ ਤੋਂ ਦੂਰ ਸ਼ਹਿਰ ਵਿੱਚ ਊਠਾਂ ਦੀ ਮੰਡੀ ਲੱਗਦੀ ਸੀ। ਜਿਵੇਂ ਬੱਚੋ ਅਸੀਂ ਸਬਜ਼ੀ ਮੰਡੀ ਵਿੱਚ ਜਾਂਦੇ ਹਾਂ, ਉੱਥੇ ਫਲ ਅਤੇ ਸਬਜ਼ੀਆਂ ਖਰੀਦੀਆਂ ਜਾਂਦੀਆਂ ਹਨ, ਵੇਚੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਊਠਾਂ ਦੀ ਮੰਡੀ ਵਿੱਚ ਊਠ ਖਰੀਦੇ ਅਤੇ ਵੇਚੇ ਜਾਂਦੇ ਹਨ। ਕਰੀਮੂ ਨੇ ਆਪਣੇ ਊਠ ਉਸ ਮੰਡੀ ਵਿੱਚ ਲੈ ਕੇ ਜਾਣੇ ਸਨ। ਰਾਹ ਲੰਮਾ ਅਤੇ ਰੇਤਲਾ ਸੀ, ਇਸ ਲਈ ਕਰੀਮੂ ਸਵੇਰੇ ਹੀ ਊਠਾਂ ਨੂੰ ਲੈ ਤੁਰਿਆ। ਉਸਨੇ ਉਹਨਾਂ ਨੂੰ ਕਤਾਰ ਵਿੱਚ ਤੋਰਿਆ। ਇੱਕ ਊਠ ਦੀ ਨਕੇਲ ਉਸ ਤੋਂ ਅਗਲੇ ਊਠ ਦੀ ਮੁਹਾਰ ਨਾਲ ਬੰਨ੍ਹ ਦਿੱਤੀ। ਇਸ ਤਰ੍ਹਾਂ ਸਾਰੇ ਊਠ ਇੱਕ ਦੇ ਪਿੱਛੇ ਇੱਕ ਕਰਕੇ ਤੁਰਨ ਲੱਗੇ। ਸੂਰਜ ਉੱਚਾ ਹੋਇਆ। ਸੂਰਜ ਉੱਚਾ ਹੋਇਆ ਮਤਲਬ ਗਰਮੀ ਹੋ ਗਈ। ਰੇਤਲਾ ਰਾਹ ਭਖਣ ਲੱਗਿਆ। ਊਠਾਂ ਨੂੰ ਰੇਤਲੇ ਰਾਹ ਉੱਤੇ ਤੁਰਨਾ ਔਖਾ ਨਹੀਂ ਸੀ ਲੱਗਦਾ। ਪਿਆਰੇ ਬੱਚਿਓ, ਊਠਾਂ ਦੇ ਪੈਰ ਗੱਦੇਦਾਰ ਹੁੰਦੇ ਹਨ, ਇਸ ਕਰਕੇ ਉਹ ਰੇਤ ਉੱਤੇ ਵੀ ਆਸਾਨੀ ਨਾਲ ਚੱਲ ਸਕਦੇ ਹਨ। ਕਰੀਮੂ ਲਈ ਰੇਤ ਉੱਤੇ ਤੁਰਨਾ ਸੌਖਾ ਨਹੀਂ ਸੀ। ਉਹ ਚੱਲਦਾ ਚੱਲਦਾ ਥੱਕ ਗਿਆ ਸੀ। ਰਾਹ ਵਿੱਚ ਕੋਈ ਰੁੱਖ ਨਹੀਂ ਸੀ। ਰੇਤਲੇ ਇਲਾਕੇ ਵਿੱਚ ਰੁੱਖ ਤਾਂ ਦੂਰ ਦੂਰ ਤੱਕ ਵੀ ਨਹੀਂ ਸੀ। ਕਰੀਮੂ ਨੇ ਸੋਚਿਆ ਕਿ ਅਖੀਰਲੇ ਊਠ ਉੱਤੇ ਬੈਠਿਆ ਜਾਵੇ। ਇਸ ਤਰ੍ਹਾਂ ਨਾਲ ਅੱਗੇ ਤੁਰਦੇ ਸਾਰੇ ਊਠ ਦਿਸਦੇ ਰਹਿਣਗੇ। ਹੁਣ ਕਿਉਂਕਿ ਕਰੀਮੂ ਥੱਕ ਗਿਆ ਸੀ ਅਤੇ ਉਸਨੇ ਸੋਚਿਆ ਕਿ ਮੈਂ ਆਖਰੀ ਊਠ ਉੱਪਰ ਬੈਠ ਜਾਂਦਾ ਹਾਂ ਅਤੇ ਇਸ ਦੇ ਨਾਲ ਮੈਨੂੰ ਅਗਲੇ ਸਾਰੇ ਊਠ ਜਿਹੜੇ ਉਹ ਚੱਲਦੇ ਦਿਖਾਈ ਦਿੰਦੇ ਰਹਿਣਗੇ। ਸੋ ਕਰੀਮੂ ਊਠ ਉੱਤੇ ਬੈਠ ਗਿਆ। ਆਰਾਮ ਨਾਲ ਬੈਠਾ ਉਹ ਕੋਈ ਗੀਤ ਗੁਣਗੁਣਾਉਣ ਲੱਗਿਆ। ਊਠਾਂ ਦੇ ਗਲਾਂ ਵਿੱਚ ਬੰਨੀਆਂ ਟੱਲੀਆਂ ਟੁਣਕ ਰਹੀਆਂ ਸਨ। ਫਿਰ ਉਹ ਪਾਲ ਵਿੱਚ ਤੁਰਦੇ ਊਠਾਂ ਨੂੰ ਵੇਖਣ ਲੱਗਿਆ। ਉੱਚੇ ਉੱਚੇ ਊਠ ਤੇ ਨਾਲ ਉਹਨਾਂ ਦੇ ਲੰਮੇ ਲੰਮੇ ਪਰਛਾਵੇਂ ਦਿਖਾਈ ਦੇ ਰਹੇ ਸਨ। ਅਚਾਨਕ ਕਰੀਮੂ ਆਪਣੇ ਅੱਗੇ ਜਾਂਦੇ ਊਠਾਂ ਨੂੰ ਗਿਣਨ ਲੱਗਿਆ। 1 2 3 4 5 6 7 8 9। ਹੈ ਇਹ ਕੀ? ਊਠ ਤਾਂ 10 ਸਨ, 9 ਕਿਵੇਂ ਰਹਿ ਗਏ? ਕਰੀਮੂ ਘਾਬਰ ਕੇ ਹੇਠਾਂ ਉਤਰਿਆ। ਫਿਰ ਉਹ ਊਠਾਂ ਨੂੰ ਗਿਣਨ ਲੱਗਾ। ਊਠ 10 ਹੀ ਨਿਕਲੇ। ਉਸਨੂੰ ਸ਼ਾਇਦ ਭੁਲੇਖਾ ਲੱਗ ਗਿਆ ਸੀ। ਇਸ ਪਿੱਛੋਂ ਉਹ ਮੁੜ ਊਠ ਉੱਤੇ ਜਾ ਬੈਠਿਆ। ਉਸਨੇ ਊਠ ਉੱਤੇ ਬੈਠਦਿਆਂ ਹੀ ਊਠਾਂ ਨੂੰ ਫਿਰ ਤੋਂ ਗਿਣਨਾ ਸ਼ੁਰੂ ਕਰ ਦਿੱਤਾ। 1 2 3 4 5 6 7 8 9। ਹਾਏ, ਊਠ ਤਾਂ ਫਿਰ 9 ਹੀ ਰਹਿ ਗਏ। ਇੱਕ ਊਠ ਕਿੱਥੇ ਗਿਆ? ਕਰੀਮੂ ਬੇਚੈਨ ਹੋ ਗਿਆ। ਉਹ ਊਠ ਤੋਂ ਛਾਲ ਮਾਰ ਕੇ ਹੇਠਾਂ ਉਤਰਿਆ। ਉਸਨੇ ਸਾਰੇ ਊਠ ਖੜਾ ਲਏ। ਖੜਾ ਲਏ ਮੀਨਸ ਖੜੇ ਕਰ ਲਏ। ਫਿਰ ਹਰੇਕ ਨੂੰ ਹੱਥ ਲਾ ਲਾ ਕੇ ਗਿਣਨ ਲੱਗਿਆ। ਉਸਨੇ ਸੁੱਖ ਦਾ ਸਾਹ ਲਿਆ। ਊਠ 10 ਹੀ ਸਨ। ਇਸ ਪਿੱਛੋਂ ਕਰੀਮੂ ਊਠ ਉੱਤੇ ਨਾ ਬੈਠਿਆ। ਊਠ ਉੱਤੇ ਬੈਠਣ ਨਾਲ ਇੱਕ ਊਠ ਘਟ ਜਾਂਦਾ ਹੈ। ਇੰਨਾ ਮਹਿੰਗਾ ਊਠ? ਨਾ ਬਾਬਾ ਨਾ, ਮੈਂ ਤਾਂ ਔਖਾ ਸੌਖਾ ਪੈਦਲ ਹੀ ਚੱਲਾਂਗਾ। ਜਦੋਂ ਵੀ ਬਾਬਾ ਜੀ ਇਹ ਕਹਾਣੀ ਸੁਣਾਉਂਦੇ ਤਾਂ ਅਸੀਂ ਖੂਬ ਹੱਸਦੇ।
सो प्यारे बच्चे तुहानूं समझ लगी कि इस कहानी विच की होया सी कि करीमू कोल 10 ऊँट सन ते 10वें ऊँट ते जदों वो आप बैठ जांदा सी ते वो गिणती करन लगा जिहड़े ऊँट उपर वो आप बैठा सी उसनूं गिणती उहदी नहीं करदा सी, इस करके वो ऊँट 9 रह जांदे सन। फिर जदों वो ऊँट तो थल्ले उतर जांदा सी ऊँट फिर 10 हो जांदे सन। ते इस दे नाल ही हुण असीं इस दे करांगे पाठ अभ्यास। पाठ अभ्यास विच सब तो पहला प्रश्न है शब्द अर्थ, औखे शब्दां दे अर्थ। पहला है मंडी, मंडी का अर्थ हुंदा है बाजार। दूसरा शब्द है नकेल, नकेल हुंदी है पशु दे नक विच पाई रस्सी। तुसीं आम अपने आले दुआले अपने घरां विच पशुआं दे नक विच पाई होई रस्सी देखी होवेगी, उसनूं नकेल कहंदे हन। टुणक, खड़कार, ਜਿਹੜੀਆਂ ਊਠਾਂ ਦੇ ਗਲਾਂ ਵਿੱਚ ਟੱਲੀਆਂ ਟੁਣਕ ਰਹੀਆਂ ਸਨ ਮੀਨਸ ਖੜਕ ਰਹੀਆਂ ਸਨ, ਉਹਨਾਂ ਦੀ ਖੜਕਾਰ ਸੁਣਾਈ ਦੇ ਰਹੀ ਸੀ। ਕਾਬਰ ਕੇ, ਕਾਬਰ ਕੇ ਦਾ ਅਰਥ ਹੁੰਦਾ ਹੈ ਡਰ ਕੇ। ਇਸ ਤੋਂ ਅਗਲਾ ਸ਼ਬਦ ਹੈ ਖੂਬ, ਖੂਬ ਦਾ ਅਰਥ ਹੁੰਦਾ ਹੈ ਬਹੁਤ। ਅਗਲਾ ਸ਼ਬਦ ਹੈ ਰੇਤਲਾ, ਰੇਤਲਾ ਮਤਲਬ ਰੇਤ ਵਾਲਾ, ਜਿੱਥੇ ਬਹੁਤ ਜ਼ਿਆਦਾ ਰੇਤ ਹੋਵੇ। ਅਗਲਾ ਸ਼ਬਦ ਹੈ ਭਖਣ, ਭਖਣ ਦਾ ਅਰਥ ਹੈ ਗਰਮ, कि रेत भखण लग पई सी, इसका भाव है कि रेत बहुत ज़्यादा गर्म हो गई सी। अगला शब्द है पाल, पाल का अर्थ है कतार, कि करीमू ने अपने सारे ऊँट एक पाल दे विच तोरे हुए सन, एक कतार विच एक लाइन दे विच लगा के सारे ऊँट तोरे सन। आखिरी शब्द है महंगा, महंगा का अर्थ है कीमती, कि तुसी कोई कीमती चीज़ खरीदते हो ਤੇ ਉਸ ਨੂੰ ਕਹਿੰਦੇ ਹਨ ਕਿ ਇਹ ਚੀਜ਼ ਮਹਿੰਗੀ ਹੈ। ਬੱਚਿਓ ਦੂਸਰਾ ਪ੍ਰਸ਼ਨ ਹੈ ਮੌਖਿਕ ਪ੍ਰਸ਼ਨ। ਇਸ ਵਿੱਚ ਪਹਿਲਾ ਪ੍ਰਸ਼ਨ ਹੈ ਜੈਸਮੀਨ ਨੂੰ ਕਿਸ ਦੀ ਸੁਣਾਈ ਕਹਾਣੀ ਯਾਦ ਆਈ। ਬੱਚਿਓ ਜੈਸਮੀਨ ਨੂੰ ਆਪਣੇ ਦਾਦਾ ਜੀ ਦੀ ਸੁਣਾਈ ਕਹਾਣੀ ਯਾਦ ਆਈ। ਦੂਸਰਾ ਪ੍ਰਸ਼ਨ ਹੈ ਕਰੀਮੂ ਊਠ ਉੱਤੇ ਬੈਠ ਕੇ ਕੀ ਕਰਨ ਲੱਗਾ। करीमू ऊँट उत्ते बैठ के गीत गुणगुणाउण लगा। अगला है राह किहो जिहा सी, इसका उत्तर है राह रेतला सी। तीसरा प्रश्न है ठीक वागां अगे सही का निशान अते गलत वागां अगे गलत का निशान लगाओ। इस विच पहला वाक है ऊठां दे गलां विच टल्लियां बन्नियां सन। बिल्कुल ठीक, ऊठां दे गलां विच टल्लियां ही बन्नियां होईयां सन। दूसरा है करीमू दे वार वार गिरन ते 2 ऊँट घट जांदे सन। ये वाक गलत है क्योंकि करीमू दे वार वार गिरन ते 1 ऊँट घट जांदा सी, 2 ऊँट नहीं। तीसरा वाक है करीमू अखीरले ऊँट उपर बैठा सी। बिल्कुल ठीक, करीमू अखीरले ऊँट उपर ही बैठा सी तां जो उसनूं अपने अगे चल रहे सारे ऊँट दिखाई दे सकन। आखिरी ठीक गलत विच वाक है करीमू ऊँटां नूं खेत ले जा रहा सी। ये वाक गलत है क्योंकि करीमू ऊँटां नूं मंडी विच ले जा रहा सी। चौथा प्रश्न है ठीक शब्द चुन के खाली थावां भरो। ਤੁਹਾਨੂੰ हरेक खाली थां दे नाल ब्रैकेट विच 2 शब्द दिते हुए हैं, उन्हां विचों तुसीं ठीक शब्द चुनना है ते उसनूं खाली थां दे विच भरना है। पहला है पिंड तो दूर शहर विच ऊँटां दी डैश लगदी सी, कतार या मंडी, मंडी लगदी सी। दूसरा करीमू नूं रेत उत्ते तुरना डैश लगदा सी, सौखा या औखा। करीमू नूं रेत उत्ते तुरना औखा लगदा सी, इसका उत्तर है औखा। तीसरा वाक है करीमू कोई डैश गुणगुणाउण लग्या, गीत या शब्द, इसका उत्तर है गीत। करीमू कोई गीत गुणगुणाउण लग्या। चौथा वाक है ऊँटां दे गलां विच बन्नियां टल्लियां डैश रहियां सन, टुणक टुट, इसका उत्तर है टुणक रहियां सन। पंजवा है उच्चे ऊँटां दे परछावें डैश सन, छोटे लम्मे, इसका उत्तर है लम्मे। उच्चे ऊँटां दे परछावें
ਲੰਮੇ ਸਨ। ਇਸ ਤੋਂ ਅੱਗੇ ਪੰਜਵਾਂ ਪ੍ਰਸ਼ਨ ਹੈ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾ ਪ੍ਰਸ਼ਨ ਹੈ, ਕਰੀਮੂ ਕੋਲ ਕਿੰਨੇ ਊਠ ਸਨ? ਇਸ ਦਾ ਉੱਤਰ ਹੈ, ਕਰੀਮੂ ਕੋਲ 10 ਊਠ ਸਨ। ਦੂਸਰਾ ਪ੍ਰਸ਼ਨ ਹੈ, ਕਰੀਮੂ ਕਿਹੜੇ ਊਠ ਉੱਤੇ ਬੈਠਿਆ? ਇਸ ਦਾ ਉੱਤਰ ਹੈ, ਕਰੀਮੂ 10ਵੇਂ ਊਠ ਉੱਤੇ ਬੈਠਿਆ। ਤੀਸਰਾ ਪ੍ਰਸ਼ਨ ਹੈ, ਕਰੀਮੂ ਕਿਹੜਾ ਊਠ ਗਿਣਨਾ ਭੁੱਲ ਜਾਂਦਾ ਸੀ? ਇਸ ਦਾ ਉੱਤਰ ਹੈ ਕਿ ਜਿਹੜੇ ਊਠ ਉੱਤੇ ਕਰੀਮੂ ਆਪ ਬੈਠਾ ਸੀ ਉਹ ਊਠ ਗਿਣਨਾ ਉਹ ਭੁੱਲ ਜਾਂਦਾ ਸੀ। ਆਖਰੀ ਪ੍ਰਸ਼ਨ ਹੈ, ਕਰੀਮੂ ਫਿਰ ਊਠ ਉੱਤੇ ਕਿਉਂ ਨਾ ਬੈਠਾ? ਇਸ ਦਾ ਉੱਤਰ ਹੈ ਕਿ ਕਰੀਮੂ ਦੇ ਬੈਠਣ ਨਾਲ ਇੱਕ ਊਠ ਘਟ ਜਾਂਦਾ ਸੀ, ਇਸ ਲਈ ਕਰੀਮੂ ਫਿਰ ਊਠ ਉੱਤੇ ਨਾ ਬੈਠਾ। ਸੋ ਇਹ ਸਨ ਇਸ ਦੇ ਪ੍ਰਸ਼ਨ ਉੱਤਰ। ਅੱਗੇ 6ਵਾਂ ਪ੍ਰਸ਼ਨ ਹੈ, ਇਸ ਪਾਠ ਵਿੱਚੋਂ ਦੁਹਰਾਅ ਵਾਲੇ ਹੋਰ ਸ਼ਬਦ ਲਿਖੋ। ਜਿਵੇਂ ਕਿ ਉਦਾਹਰਣ ਵਿੱਚ ਦੱਸਿਆ ਗਿਆ ਹੈ, ਚਲਦਾ ਚਲਦਾ। ਸੋ ਬੱਚੇ ਤੁਸੀਂ ਇਹ ਸਾਰਾ ਪਾਠ ਪੜ੍ਹਨਾ ਹੈ। ਇਸ ਵਿੱਚ ਇਸ ਉਦਾਹਰਣ ਦੇ ਨਾਲ ਰਲਦੇ ਮਿਲਦੇ ਹੋਰ ਸ਼ਬਦ ਲਿਖਣੇ ਹਨ, ਜਿਵੇਂ ਉੱਚੇ ਉੱਚੇ, ਲੰਮੇ ਲੰਮੇ, ਜਿਹੜੇ ਵੀ ਤੁਹਾਨੂੰ ਸ਼ਬਦ ਪਾਠ ਵਿੱਚੋਂ ਮਿਲਦੇ ਹਨ ਉਹ ਇੱਥੇ ਲਿਖਣੇ ਹਨ ਲੱਭ ਕੇ। 7ਵਾਂ ਪ੍ਰਸ਼ਨ ਹੈ, ਸਮਝੋ ਤੇ ਕਰੋ। ਇਸ ਵਿੱਚ ਚੈਨ ਨੂੰ ਇੱਕ ਲਾਈਨ ਦੇ ਨਾਲ ਬੇਚੈਨ ਸ਼ਬਦ ਦੇ ਨਾਲ ਮਿਲਾਇਆ ਗਿਆ ਹੈ। ਇਸ ਦਾ ਭਾਵ ਇਹ ਹੈ ਕਿ ਇਹ ਆਪਸ ਵਿੱਚ ਵਿਰੋਧੀ ਸ਼ਬਦ ਹਨ, ਵਿਰੋਧੀ ਸ਼ਬਦਾਂ ਨੂੰ ਆਪਸ ਵਿੱਚ ਮਿਲਾਇਆ ਗਿਆ ਹੈ। ਚੈਨ ਦਾ ਵਿਰੋਧੀ ਸ਼ਬਦ ਹੈ ਬੇਚੈਨ। ਇਸੇ ਤਰ੍ਹਾਂ ਫਿਕਰ ਦਾ ਵਿਰੋਧੀ ਸ਼ਬਦ ਹੈ ਬੇਫਿਕਰ, ਤੇ ਫਿਕਰ ਨੂੰ ਤੁਸੀਂ ਲਾਈਨ ਲਗਾ ਕੇ ਬੇਫਿਕਰ ਦੇ ਨਾਲ ਮਿਲਾ ਦੇਣਾ ਹੈ। ਆਰਾਮ ਦਾ ਵਿਰੋਧੀ ਸ਼ਬਦ ਹੈ ਬੇਆਰਾਮ, ਤੇ ਤੁਸੀਂ ਆਰਾਮ ਨੂੰ ਲਾਈਨ ਲਗਾ ਕੇ ਬੇਆਰਾਮ ਦੇ ਨਾਲ ਮਿਲਾ ਦੇਣਾ ਹੈ। 8ਵਾਂ ਪ੍ਰਸ਼ਨ ਹੈ, ਸਮਝੋ ਤੇ ਲਿਖੋ। ਇਸ ਵਿੱਚ ਇੱਕ ਉਦਾਹਰਣ ਦਿੱਤੀ ਗਈ ਹੈ, ਟੱਲੀ ਟੱਲੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਵਚਨ ਬਦਲੋ ਹਨ, ਇੱਕ ਵਚਨ ਤੋਂ ਬਹੁਤ ਵਚਨ ਬਣਾਏ ਗਏ ਹਨ। ਟੱਲੀ ਤੋਂ ਟੱਲੀਆਂ। ਇਸੇ ਤਰ੍ਹਾਂ ਅੱਗੇ ਕਹਾਣੀ ਤੋਂ ਕਹਾਣੀਆਂ ਲਿਖਾਂਗੇ। ਮੰਡੀ ਮੰਡੀਆਂ, ਕਾਪੀ ਕਾਪੀਆਂ। ਉਸ ਤੋਂ ਅੱਗੇ ਰਚਨਾਤਮਕ ਕਾਰਜ ਹੈ, ਊਠ ਦਾ ਚਿੱਤਰ ਦਿੱਤਾ ਹੋਇਆ ਹੈ, ਇਸ ਵਿੱਚ ਤੁਸੀਂ ਰੰਗ ਭਰਨੇ ਹਨ। ਅਤੇ ਤੁਹਾਡਾ ਘਰ ਦਾ ਕੰਮ ਹੈ ਕਿ ਊਠ ਬਾਰੇ 5 ਵਾਕ ਤੁਸੀਂ ਆਪਣੀ ਕਾਪੀ ਦੇ ਵਿੱਚ ਸੋਹਣੇ ਕਰਕੇ ਲਿਖਣੇ ਹਨ। ਸੋ ਬੱਚਿਓ, ਇਹ ਸੀ ਤੁਹਾਡਾ ਪਾਠ ਊਠ ਕਿੱਥੇ ਗਿਆ। ਆਸ ਹੈ ਕਿ ਤੁਹਾਨੂੰ ਸਾਰਾ ਪਾਠ ਸਮਝ ਲੱਗ ਗਿਆ ਹੋਵੇਗਾ ਤੇ ਤੁਸੀਂ ਇਸ ਦੇ ਸਾਰੇ ਅਭਿਆਸ, ਪ੍ਰਸ਼ਨ ਉੱਤਰ, ਖਾਲੀ ਥਾਵਾਂ, ਠੀਕ ਗਲਤ ਸੋਹਣੇ ਸੋਹਣੇ ਕਰਕੇ ਆਪਣੀਆਂ ਕਾਪੀਆਂ ਉੱਪਰ ਲਿਖਣੇ ਹਨ ਅਤੇ ਯਾਦ ਕਰਨੇ ਹਨ। ਤੇ ਫਿਰ ਮਿਲਾਂਗੇ ਕਿਸੇ ਹੋਰ ਪਾਠ ਦੇ ਨਾਲ ਕਿਸੇ ਹੋਰ ਦਿਨ। ਧੰਨਵਾਦ। ਦੁਆਬਾ ਰੇਡੀਓ।